फोर न्यूज देख रहे तमाम दोस्तों को दीपक भंडारी का नमस्कार। सोशल मीडिया पर कई तरह की अफवाहें चल रही हैं कि अस्पताल में मरीजों को भर्ती किया जाता है, कोरोना काल है, वहां उनके अंग निकाल लिए जाते हैं। लोगों को ये कहा जा रहा है कि आप अस्पताल में भर्ती ना हो, कोरोना काल है। इसे लेकर लोग इस तरह की अफवाहें फैला रहे हैं। कुछ नेतागण भी अपनी नेतागिरी चिपकाने के लिए कुछ ऐसे बयान दे रहे हैं कि ऐसा हो रहा है, पंजाब सरकार को इसकी जांच करानी चाहिए, सीट बिठानी चाहिए। आज हमारे साथ हैं अमृतसर के पुलिस कमिश्नर डॉक्टर सुखचैन सिंह गिल। हम इससे बात करते हैं इसका बेसिकली लोगों पर क्या असर पड़ रहा है और पुलिस को इससे लेकर क्या परेशानी हो रही है। सत श्री अकाल कमिश्नर साहब, सर थोड़ा सर स्वागत है सारे चैनल। सर थोड़ा दसना जी सोशल मीडिया ਤੇ ਚੱਲ ਰਹੀ ਹੈ ਕਿ कोरोना ਚ ਮਰੀਜ਼ ਜ਼ਿਆਦਾ ਠੀਕ ਹੈ, ਮਰ ਜਾਂਦਾ ਹੈ, ਉਹਦੇ ਅੰਗ ਕੱਢ ਲਏ ਜਾਂਦੇ ਨੇ। ਸਰ ਤੁਸੀਂ ਡਾਕਟਰ ਵੀ ਹੋ ਜੀ ਤੇ ਸਰ ਕੀ ਇਹ ਪੋਸੀਬਲ ਹੈਗਾ? ਨਹੀਂ ਦੇਖੋ, ਇਹਦੇ ਵਿੱਚ ਅਸੀਂ ਇੱਕ ਇਨਕੁਆਇਰੀ ਵੀ ਕੀਤੀ ਸੀਗੀ। ਉਹਦੇ 'ਚ ਅਸੀਂ ਪ੍ਰਿੰਸੀਪਲ ਮੈਡੀਕਲ ਕਾਲਜ ਜਿਹੜੇ ਆਥੋਰਾਈਜੇਸ਼ਨ ਕਮੇਟੀ ਦੇ ਚੇਅਰਮੈਨ ਵੀ ਨੇ, ਕਿਉਂਕਿ ਜਦੋਂ ਟਰਾਂਸਪਲਾਂਟੇਸ਼ਨ ਜਿਹੜੀ ਹੁੰਦੀ ਹੈ ਇਹਦੇ ਵਿੱਚ ਬੜਾ ਇੱਕ ਸੈੱਟ ਪ੍ਰੋਸੀਜਰ ਹੁੰਦਾ ਹੈ। ਜਿਸ ਤਰ੍ਹਾਂ ਜਿਵੇਂ ਕੋਈ ਡੋਨੇਟ ਕਰਨਾ ਚਾਹੁੰਦਾ ਹੈ ਉਹਨੂੰ ਆਪਾਂ ਡੋਨਰ ਕਹਿੰਦੇ ਹਾਂ, ਫਿਰ ਰਿਸੀਪੀਐਂਟ ਹੁੰਦਾ ਹੈ ਜਿਹਨੂੰ ਟਰਾਂਸਪਲਾਂਟ ਜਿਹਦੀ ਬੋਡੀ ਦੇ ਵਿੱਚ ਕੀਤਾ ਜਾਂਦਾ ਹੈ। ਸੋ ਇਹਦਾ ਬੜਾ ਲੰਬਾ ਚੌੜਾ ਪ੍ਰੋਸੀਜਰ ਹੁੰਦਾ ਹੈ। ਇੱਕ ਕਮੇਟੀ ਹੁੰਦੀ ਹੈ ਆਥੋਰਾਈਜੇਸ਼ਨ ਕਮੇਟੀ ਜਿਹੜੀ ਆਥੋਰਾਈਜ਼ ਕਰਦੀ ਹੈ, ਉਸ ਤੋਂ ਬਾਅਦ ਦੇ ਵਿੱਚ ਟਰਾਂਸਪਲਾਂਟੇਸ਼ਨ ਹੁੰਦੀ ਹੈ। ਸੋ ਉਹਨਾਂ ਤੋਂ ਅਸੀਂ ਇਹ ਜਾਣਕਾਰੀ ਵੀ ਲਈ ਸੀ ਡਿਊਰਿੰਗ ਜਦੋਂ ਅਸੀਂ ਇੱਕ ਇਨਕੁਆਇਰੀ ਵੀ ਕਰਦੇ ਸੀਗੇ ਪਿੱਛੇ। ਉਹਦੇ ਵਿੱਚ ਉਹਨਾਂ ਨੇ ਲਿਖ ਕੇ ਵੀ ਦਿੱਤਾ ਸੀਗਾ ਸਾਨੂੰ ਕਿ ਕਿਸੇ ਵੀ ਜਿਹੜਾ ਪੇਸ਼ੈਂਟ ਹੈਗਾ ਕੋਈ ਵੀ ਜਿਹੜਾ ਕੋਵਿਡ ਦਾ ਪੇਸ਼ੈਂਟ ਆ, ਉਹਦਾ ਅੰਗ ਜਿਹੜਾ ਹੈ ਉਹ ਨੌਨ ਕੋਵਿਡ ਦੇ ਪੇਸ਼ੈਂਟ ਦੇ ਵਿੱਚ ਟਰਾਂਸਪਲਾਂਟ ਨਹੀਂ ਕੀਤਾ ਜਾ ਸਕਦਾ। ਸੋ ਇਸ ਕਰਕੇ ਇਹ ਗੱਲ ਤਾਂ ਬੜੀ ਕਲੀਅਰ ਹੈ ਕਿ ਜਿਹੜੀ ਔਰਗਨ ਟਰਾਂਸਪਲਾਂਟ ਦੀ ਗੱਲ ਚੱਲਦੀ ਹੈ ਜਾਂ ਅੰਗ ਕੱਢਣ ਦੀ ਗੱਲ ਚੱਲਦੀ ਹੈ, ਜਦੋਂ ਅੰਗ ਜਿਹੜਾ ਇੱਕ ਕੋਵਿਡ ਪੇਸ਼ੈਂਟ ਦਾ ਕਿਤੇ ਯੂਜ਼ ਹੀ ਨਹੀਂ ਹੋ ਸਕਦਾ ਤਾਂ ਉਹ ਅੰਗ ਕੱਢਣ ਦੀ ਗੱਲ ਜਿਹੜੀ ਹੈ ਬਿਲਕੁਲ ਖਤਮ ਹੋ ਜਾਂਦੀ ਹੈ। ਦੂਸਰੀ ਇਹਦੇ ਨਾਲ ਹੋਰ ਜਿਹੜੀ ਜੁੜਦੀ ਹੋਈ ਮੇਨ ਗੱਲ ਆ ਕਿ ਜਦੋਂ ਵੀ ਕਿਸੇ ਦੀ ਡੈਥ ਹੋ ਜਾਂਦੀ ਹੈ ਉਹਦਾ ਜਿਹੜਾ ਕੋਈ ਵੀ ਅੰਗ ਜਿਹੜਾ ਵਾ ਉਹ ਯੂਜ਼ੇਬਲ ਨਹੀਂ ਰਹਿੰਦਾ ਸਿਵਾਏ ਕੋਰਨੀਆ ਤੋਂ ਔਰ ਜਿਹੜੀਆਂ ਹੋਰ ਬਹੁਤ ਸੁਪਰਫਿਸ਼ਲ ਜਿਹੜੇ ਅੰਗ ਨੇ। ਸੋ ਜੇ ਕੋਈ ਇੱਦਾਂ ਦੀ ਗੱਲ ਹੋਵੇ ਤਾਂ ਉਹ ਬੜੀ ਪ੍ਰਤੱਖ ਸਾਹਮਣੇ ਦਿਖੇਗੀ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਏਗੀ। ਇਹ ਬਿਲਕੁਲ ਰਿਊਮਰ ਆ ਕਿ ਕੋਈ ਅੰਗ ਕੱਢ ਲੈਂਦੇ ਆ। ਮੈਡੀਕਲੀ ਇਸ ਚੀਜ਼ ਜਿਹੜੀ ਹੈ ਇਹਨੂੰ ਮੈਡੀਕਲ ਸਾਇੰਸ ਪੂਰੀ ਤਰ੍ਹਾਂ ਡਿਨਾਈ ਕਰਦੀ ਹੈ ਇਹਨੂੰ, ਇਸ ਚੀਜ਼ ਨੂੰ। ਹਾਂਜੀ ਸਰ, ਦੇਖੋ ਕਿਡਨੀ ਜਦੋਂ ਬੰਦਾ ਡੈਡ ਹੋ ਗਿਆ ਕਿਡਨੀਜ਼ ਬੰਦ ਹੋ ਜਾਂਦੀਆਂ, ਹਾਰਟ ਉਹਦਾ ਬੰਦ ਹੋ ਜਾਂਦਾ, ਇਹ ਤਾਂ ਪੋਸੀਬਲ ਨਹੀਂ ਹੈ ਸਰ। ਤੇ ਲੋਕ ਇਸ ਤਰ੍ਹਾਂ ਦੇ ਰੂਮਰਸ ਫੈਲਾ ਰਹੇ ਨੇ ਸਰ, ਪੁਲਿਸ ਨੂੰ ਫਿਰ ਇਹਦੇ ਤੇ ਕਿੰਨਾ ਕੰਮ ਕਰਨਾ? ਇਹਦੇ ਵਿੱਚ ਦੇਖੋ, ਜਦੋਂ ਆਪਾਂ ਕੋਈ ਵੀ ਗੱਲ ਸੋਸ਼ਲ ਮੀਡੀਆ ਤੇ ਕਰਦੇ ਹਾਂ, ਕਿਉਂਕਿ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਕੋਈ ਗੱਲ ਕਰਦੇ ਹਾਂ ਉਹ ਪਬਲਿਕ ਡੋਮੇਨ ਦੇ ਵਿੱਚ ਜਾਂਦੀ ਹੈ ਗੱਲ। ਸੋ ਕੋਈ ਵੀ ਗੱਲ ਸੋਸ਼ਲ ਮੀਡੀਆ ਤੇ ਕਿਸੇ ਨੂੰ ਉਹ ਨਹੀਂ ਕਰਨੀ ਚਾਹੀਦੀ ਜਿਹੜੀ ਕਿ ਵਿਦਾਊਟ ਫੈਕਟਸ ਹੋਵੇ। ਜਿਹੜੇ ਇਸ ਤਰ੍ਹਾਂ ਦੀਆਂ ਰਿਊਮਰਸ ਫੈਲਾਉਂਦੇ ਆ ਜਿਨ੍ਹਾਂ ਦੇ ਪਿੱਛੇ ਕੋਈ ਫੈਕਟਸ ਨਹੀਂ ਹੈਗੇ, ਜਿਹੜੇ ਕਿ ਬਿਲਕੁਲ ਲੋਕਾਂ ਨੂੰ ਮਿਸਗਾਈਡ ਕਰਨ ਵਾਸਤੇ ਫੈਲਾਉਂਦੇ ਆ, ਉਹ ਕਾਨੂੰਨੀ ਤੌਰ 'ਤੇ ਜੁਰਮ ਆ। ਕਈ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਇੱਦਾਂ ਦੀਆਂ ਰਿਊਮਰਸ ਫੈਲਾਈਆਂ ਗਈਆਂ ਵਾ ਉਹਦੇ ਵਿੱਚ FIRs ਵੀ ਰਜਿਸਟਰਡ ਹੋ ਰਹੀਆਂ ਵਾ। ਔਰ ਹੁਣ ਵੀ ਬਹੁਤ ਸਖਤ ਹਦਾਇਤ ਹੈ ਕਿ ਜਿੱਥੇ ਵੀ ਕੋਈ ਇੱਦਾਂ ਦੀ ਰਿਊਮਰ ਫੈਲਾਉਂਦਾ ਉਹ IPC ਦੇ ਵਿੱਚ ਵੀ ਜਿਹੜਾ ਜੁਰਮ ਬਣਦਾ ਵਾ। ਔਰ ਜਿਹੜੇ ਐਪੀਡੈਮੋਲੋਜੀ ਐਕਟ ਆ, ਡਿਜ਼ਾਸਟਰ ਮੈਨੇਜਮੈਂਟ ਐਕਟ ਆ, ਉਹਦੇ ਵਿੱਚ ਵੀ ਜੁਰਮ ਬਣਦਾ ਵਾ। ਸੋ ਮੈਂ ਤਾਂ ਇਹੀ ਕਹਾਂਗਾ ਕਿ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਰਿਊਮਰ ਫੈਲਾਉਂਦਾ ਹੈ ਉਹ ਇਸ ਤੋਂ ਗੁਰੇਜ਼ ਕਰਨ, ਅਦਰਵਾਈਜ਼ ਉਹ ਆਪਣੇ ਆਪ ਨੂੰ ਕਾਨੂੰਨੀ ਤੌਰ 'ਤੇ ਲਾਇਬਲ ਕਰ ਰਿਹਾ ਵਾ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਵਾਸਤੇ। ਤੇ ਸਰ ਇਹਨੂੰ ਲੈ ਕੇ ਕੋਈ ਕਮੇਟੀ ਸਰ ਤੁਸੀਂ ਕੁਝ ਆਫੀਸਰਸ ਨੂੰ ਅਪਾਇੰਟ ਕੀਤਾ ਹੈ, ਸਪੈਸ਼ਲ ਟੀਮ ਬਣਾਉਣਾ ਪਿਆ ਹੈ? ਇਹਦੇ ਵਿੱਚ ਸਾਡੇ ਜੁਆਇੰਟ ਕਮਿਸ਼ਨਰ ਆਫ ਪੁਲਿਸ ਨੇ ਮਿਸਟਰ ਰਾਜਵਰਧਨ ਸੰਧੂ ਜੀ, ਉਹਨਾਂ ਦੀ ਸਪੈਸ਼ਲ ਡਿਊਟੀ ਲਗਾਈ ਗਈ ਆ ਕਿ ਵੀ ਉਹ ਇਸ ਤਰ੍ਹਾਂ ਦੀ ਕੋਈ ਵੀ ਉਹਨਾਂ ਦੇ ਨੋਟਿਸ ਦੇ ਵਿੱਚ ਗੱਲ ਆਉਂਦੀ ਹੈ ਉਹਨੂੰ ਤੁਰੰਤ ਰਿਕਾਰਡ 'ਤੇ ਲੈ ਕੇ ਆਉਣ। ਔਰ ਜਿਹੜਾ ਬੰਦਾ ਵੀ ਕਰਦਾ ਹੈ ਕੰਸਰਨ ਪੁਲਿਸ ਸਟੇਸ਼ਨ ਦੇ ਵਿੱਚ ਜੋ ਵੀ ਉਹਦੇ ਖਿਲਾਫ ਲੀਗਲ ਕਾਰਵਾਈ ਬਣਦੀ ਹੈ ਉਹ ਕਾਰਵਾਈ ਵੀ ਉਹਦੇ ਖਿਲਾਫ ਕਰਾਉਣ। ਔਰ ਇਹਦੇ ਵਿੱਚ ਸਾਨੂੰ ਮਾਨਯੋਗ DGP ਸਾਹਿਬ ਦੀਆਂ ਵੀ ਬੜੀਆਂ ਸਖਤ ਹਦਾਇਤਾਂ ਹੈ। ਕਿਸੇ ਵੀ ਤਰ੍ਹਾਂ ਦੀ ਰਿਊਮਰ ਜਿਹੜੀ ਕਿ ਗੈਰ ਕਾਨੂੰਨੀ ਬਣਦੀ ਹੈ ਐਜ਼ ਪਰ ਲਾਅ, ਉਹਦੇ ਖਿਲਾਫ ਐਜ਼ ਪਰ ਲਾਅ ਕਾਰਵਾਈ ਕੀਤੀ ਜਾਵੇ। ਅੱਛਾ ਸਰ, ਇਹਨੂੰ ਲੈ ਕੇ ਅਸਰ ਕਿੰਨਾ ਸਰ ਵਰਕਿੰਗ ਤੇ ਕਿੰਨਾ ਅਸਰ ਪੈਂਦਾ ਜੀ ਇਸ ਤਰ੍ਹਾਂ ਦੀ ਰਿਊਮਰਸ ਨੂੰ ਫੈਲ ਕੇ? ਦੇਖੋ ਇਹ ਜਿਹੜਾ COVID-19 ਦਾ ਹੈਗਾ ਇਹ ਇਟਸੈਲਫ ਹੀ ਬੜਾ ਵੱਡਾ ਚੈਲੰਜ ਹੈ ਸਾਰਿਆਂ ਵਾਸਤੇ। ਸੋਸਾਇਟੀ ਵਾਸਤੇ ਵੀ ਚੈਲੰਜ ਆ, ਮੈਡੀਕਲ ਜਿਹੜਾ ਫੀਲਡ ਆ ਉਹਨਾਂ ਵਾਸਤੇ ਵੀ ਚੈਲੰਜ ਆ, ਔਰ ਪੁਲਿਸ ਵਾਸਤੇ ਵੀ ਬਹੁਤ ਵੱਡਾ ਚੈਲੰਜ ਆ। ਆਲਰੇਡੀ ਅਸੀਂ ਜਿਹੜੇ ਆ ਟੈਸਟਿੰਗ ਦੇ ਵਿੱਚ, ਆਈਸੋਲੇਸ਼ਨ ਦੇ ਵਿੱਚ, ਕੰਟੈਕਟ ਟ੍ਰੇਸਿੰਗ ਦੇ ਵਿੱਚ, ਲੋਕਾਂ ਦੀਆਂ ਜਾਨਾਂ ਬਚਾਉਣ ਦੇ ਵਿੱਚ ਆਲਰੇਡੀ ਬਿਜ਼ੀ ਆ। ਔਰ ਇਹ ਜਿਹੜੇ ਲੋਕ ਇੱਦਾਂ ਦੀਆਂ ਰਿਊਮਰਸ ਫੈਲਾਉਂਦੇ ਆ ਉਹਨਾਂ ਦੇ ਕੋਈ ਨਾ ਕੋਈ ਮੈਲਾਫਾਈਡ ਇੰਟਰਸਟ ਹੁੰਦੇ ਆ, ਉਹ ਇੱਕ ਤਰ੍ਹਾਂ ਦਾ ਡਿਸਟਰੈਕਟ ਕਰਦੇ ਆ ਪੂਰੇ ਸਿਸਟਮ ਨੂੰ ਆਪਣਾ ਕੰਮ ਠੀਕ ਠਾਕ ਕਰਨ ਤੋਂ। ਸੋ ਡਿਸਟਰੈਕਸ਼ਨ ਜਿਹੜੀ ਆ ਹੁੰਦੀ ਆ, ਕਿਉਂਕਿ ਇਹੀ ਜਿਹੜਾ ਐਨਰਜੀ ਜਿਹੜੀ ਸਾਡੀ ਇਹਨਾਂ ਚੀਜ਼ਾਂ 'ਤੇ ਵੇਸਟ ਹੁੰਦੀ ਆ, ਇਹ ਸੁਸਾਇਟੀ ਦੇ ਬੜੇ ਫਰੂਟਫੁਲ ਤਰੀਕੇ ਦੇ ਨਾਲ ਕੰਮ ਆ ਸਕਦੀ ਆ। ਸੋ ਇੱਕ ਤਰ੍ਹਾਂ ਦਾ ਮੈਂ ਕਹਾਂਗਾ ਕਿ ਜਿਹੜੇ ਵੀ ਲੋਕ ਇੱਦਾਂ ਦੀਆਂ ਰਿਊਮਰਸ ਫੈਲਾ ਕੇ ਸੁਸਾਇਟੀ ਦੇ ਵਿੱਚ ਮਿਸਅੰਡਰਸਟੈਂਡਿੰਗ ਕ੍ਰੀਏਟ ਕਰ ਰਹੇ ਆ, ਉਹ ਆਪਣਾ ਜਿਹੜੀਆਂ ਜਿੰਨੀਆਂ ਵੀ ਏਜੰਸੀਜ਼ ਜਿਹੜੀਆਂ ਭਲਾਈ ਦੇ ਕੰਮਾਂ 'ਤੇ ਲੱਗੀਆਂ ਹੋਈਆਂ ਵਾ ਉਹਨਾਂ ਨੂੰ ਆਪਣੇ ਕੰਮ ਤੋਂ ਵੀ ਡਿਸਟਰੈਕਟ ਕਰ ਰਿਹਾ
ਔਰ ਸਾਡੀ ਜਿਹੜੀ ਸੁਸਾਇਟੀ ਹੈ ਜਿਹਨੂੰ ਇਕੱਠੇ ਮਿਲ ਕੇ ਸਾਡੇ ਵੈਲਫੇਅਰ ਵਾਸਤੇ ਕੰਮ ਕਰਨਾ ਚਾਹੀਦਾ ਵਾ, ਸਾਰਿਆਂ ਦੇ ਇੱਕ ਦੂਜੇ ਦੇ ਵੈਲਫੇਅਰ ਵਾਸਤੇ, ਉਹਨਾਂ ਨੂੰ ਵੀ ਤਰ੍ਹਾਂ ਤਰ੍ਹਾਂ ਦੀ ਮਿਸਕਮਿਊਨੀਕੇਸ਼ਨ ਉਹਦੇ ਵਿੱਚ ਫੈਲਾ ਕੇ ਉਹਨਾਂ ਨੂੰ ਵੀ ਆਪਣੇ ਕੰਮ ਤੋਂ ਰੋਕ ਰਹੇ ਆ। ਸੋ ਹਿਊਮੈਨੀਟੇਰੀਅਨ ਗਰਾਊਂਡਸ 'ਤੇ ਜੇ ਆਪਾਂ ਗੱਲ ਕਰੀਏ ਤਾਂ ਇਹ ਬਹੁਤ ਜ਼ਿਆਦਾ ਚੰਗੀ ਗੱਲ ਨਹੀਂ ਹੈ। अच्छा सर, लोग सरकार के किन्ने आदेशों का पालन कर रहे हैं? लॉकडाउन होंगे देखा सर, लोग एक पिछले वीडियो सी मैं इंटरव्यू की पुलिस नाल लड़न लग जाते हैं, बहाने तरह तरह के बनाते हैं। देखो ਇਹਦੇ ਵਿੱਚ ਦੇਖੋ ਤਿੰਨ ਚੀਜ਼ਾਂ ਆਪਾਂ ਮੇਨ ਕਹਿੰਦੇ ਹਾਂ ਕਿ ਇੱਕ ਤਾਂ ਮਾਸਕ ਪਾ ਕੇ ਰੱਖੋ, ਸੋਸ਼ਲ ਡਿਸਟੈਂਸ ਮੇਨਟੇਨ ਕਰਕੇ ਰੱਖੋ, ਆਪਣਾ ਹੈਂਡ ਹਾਈਜੀਨ ਮੇਨਟੇਨ ਕਰਕੇ ਰੱਖੋ। ਉਹਦੇ ਵਿੱਚ ਜਿਹੜਾ ਵਿਜ਼ੀਬਲ ਜਿਹੜਾ ਇਹਦੇ ਵਿੱਚ ਦਿਖਦਾ ਹੈ ਸਭ ਤੋਂ ਵੱਧ ਆਪਾਂ ਨੂੰ ਉਹ ਹੈਗਾ ਕਿ ਮਾਸਕ ਪਾਉਂਦੇ ਆ ਲੋਕ ਜਾਂ ਸੋਸ਼ਲ ਡਿਸਟੈਂਸ ਮੇਨਟੇਨ ਕਰਦੇ ਆ। ਭਾਵੇਂ ਕਿ ਇਨਫੋਰਸਮੈਂਟ ਏਜੰਸੀਜ਼ ਜਿੰਨੀਆਂ ਵੀ ਆ, ਚਾਹੇ ਉਹ ਪੁਲਿਸ ਆ ਚਾਹੇ ਬਾਕੀ ਡਿਪਾਰਟਮੈਂਟਸ ਆ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਸੁਸਾਇਟੀ ਦੇ ਵਿੱਚ ਇਹਨੂੰ ਇੰਪਲੀਮੈਂਟ ਕਰਾਉਣ। ਪਰ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਕਿ ਜੇ ਕੋਈ ਤੁਹਾਨੂੰ ਮਾਸਕ ਪਾਉਣ ਲਈ ਕਹਿ ਰਿਹਾ ਜਾਂ ਤੁਹਾਨੂੰ ਸੋਸ਼ਲ ਡਿਸਟੈਂਸ ਮੇਨਟੇਨ ਕਰਕੇ ਕਰਨ ਵਾਸਤੇ ਕਹਿ ਰਿਹਾ ਵਾ, ਤਾਂ ਉਹ ਤੁਹਾਡੇ ਮੈਡੀਕਲੀ ਤੁਹਾਡੀ ਹੈਲਥ ਵਾਸਤੇ ਕਹਿ ਰਿਹਾ ਵਾ। ਅੱਜ ਇੱਕ ਜਣੇ ਨੂੰ ਹੁੰਦਾ ਹੈ, ਕਈ ਵਾਰੀ ਆਪਾਂ ਇਹ ਅਣਗਹਿਲੀ ਕਰ ਲੈਂਦੇ ਹਾਂ ਕਿ ਚਲੋ ਮੈਂ ਤਾਂ, ਕਈ ਵਾਰੀ ਕਈਆਂ ਨੂੰ ਵਹਿਮ ਹੁੰਦਾ ਵੀ ਇਹਦੇ 'ਚ ਤਾਂ ਜੀ ਫਰਟੈਲਿਟੀ ਰੇਟ ਬੜਾ ਘੱਟ ਆ, ਜੇ ਮੈਨੂੰ ਹੋ ਜਾਏਗਾ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਆਪਾਂ ਆਪਣੀ ਜਾਨ ਦੇ ਨਾਲ ਨਾਲ ਆਪਣੇ ਜਿਹੜੇ ਬਜ਼ੁਰਗ ਆ, ਹਰ ਘਰ ਆਪਣੀਆਂ ਜੁਆਇੰਟ ਫੈਮਲੀਜ਼ ਆ, ਹਿੰਦੁਸਤਾਨ ਦੇ ਵਿੱਚ ਜੁਆਇੰਟ ਫੈਮਲੀਜ਼ ਦਾ ਕਲਚਰ ਆ, ਹਰ ਘਰ ਦੇ ਵਿੱਚ ਬਜ਼ੁਰਗ ਨੇ, ਹਰ ਘਰ ਦੇ ਵਿੱਚ ਬੱਚੇ ਨੇ। ਆਪਾਂ ਜੇ ਇਸ ਏਜ ਲੈਵਲ 'ਤੇ ਹੈਗੇ ਵੀ ਆ ਕਿ ਸਾਨੂੰ ਆਪ ਨੂੰ ਘੱਟ ਖਤਰਾ ਹੋਏਗਾ, ਤਾਂ ਅਸੀਂ ਆਪਣੇ ਬਜ਼ੁਰਗਾਂ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਖਤਰੇ 'ਚ ਪਾ ਰਹੇ ਹਾਂ। ਸਾਡੇ ਘਰ ਦੇ ਵਿੱਚ ਕੋਈ ਪੇਸ਼ੈਂਟ ਹੋ ਸਕਦਾ ਜਿਹਨੂੰ ਤਰ੍ਹਾਂ ਤਰ੍ਹਾਂ ਦੀਆਂ, ਕਈ ਤਰ੍ਹਾਂ ਦੀਆਂ ਕੋਮੋਰਬਿਡਿਟੀਜ਼ ਹੋ ਸਕਦੀਆਂ ਵਾ। ਸੋ ਹਰ ਬੰਦੇ ਦਾ ਫਰਜ਼ ਬਣਦਾ ਹੈ, ਬਲਕਿ ਮੈਂ ਤਾਂ ਲੋਕਾਂ ਤੋਂ ਇਹ ਐਕਸਪੈਕਟੇਸ਼ਨ, ਸਾਨੂੰ ਤਾਂ ਇਹ ਐਕਸਪੈਕਟੇਸ਼ਨ ਆ ਕਿ ਆਪ ਪਾਉਣ 'ਤੇ, ਜੇ ਨਾ ਪਾਉਣ 'ਤੇ ਆਰਗੂਮੈਂਟ ਕਰਨ ਦੀ ਬਜਾਏ ਉਹਨਾਂ ਨੂੰ ਵਲੰਟੀਅਰਲੀ ਪੁਲਿਸ ਦੇ ਨਾਲ ਖੜ੍ਹ ਕੇ ਬਾਕੀਆਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ ਵੀ ਜਿਹੜੇ ਮਾਸਕ ਪਾਉਣੇ ਆ ਅਤੇ ਸੋਸ਼ਲ ਡਿਸਟੈਂਸ ਮੇਨਟੇਨ ਕਰਨਾ ਵਾ, ਇਹਦੇ ਵਿੱਚ ਤਾਂ ਹਰ ਬੰਦੇ ਨੂੰ ਪੁਲਿਸਮੈਨ ਦਾ ਕੰਮ ਕਰਨਾ ਚਾਹੀਦਾ ਵਾ। अच्छा सर, पुलिस जुर्माना भी क्योंकि सरकार ने लगाया है सर, कितने लोग जिहड़े इन्हां नूं जुर्माना अजे तक सी जां चलान कर चुके पुलिस ने सर? ਦੇਖੋ ਹੁਣ ਤੱਕ ਜਿਹੜੀ ਫਿਗਰ ਆ ਅਰਾਊਂਡ 24,000 ਦੇ ਆਸ-ਪਾਸ, ਇਸ ਤੋਂ ਪਲੱਸ ਹੋਣੀ ਹੈ ਜਿਹੜੀ ਫਿਗਰ ਆ ਅੰਮ੍ਰਿਤਸਰ ਦੀ, ਜਿਹੜੇ ਵਿੱਚ ਲੋਕਾਂ ਨੂੰ ਮਾਸਕ ਨਾ ਪਾਉਣ ਕਰਕੇ ਜਾਂ ਸੋਸ਼ਲ ਡਿਸਟੈਂਸ ਨਾ ਮੇਨਟੇਨ ਕਰਨ ਕਰਕੇ ਉਹ ਚਲਾਨਿੰਗ ਜਿਹੜੀ ਕੀਤੀ ਗਈ ਆ। ਸੋ ਇਹ ਇੱਕ ਪਾਰਟ ਹੁੰਦਾ ਹੈ, ਇਹ ਇਨਫੋਰਸਮੈਂਟ ਦਾ ਪਾਰਟ ਹੁੰਦਾ ਹੈ। ਪਰ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਸਾਨੂੰ ਤਾਂ ਸੁਸਾਇਟੀ ਤੋਂ ਇਹ ਉਮੀਦ ਹੈ ਕਿ ਲੋਕ ਆਪ ਵਲੰਟੀਅਰਲੀ ਸਾਡੇ ਨਾਲ ਖੜ੍ਹ ਕੇ ਇਸ ਇਨਫੋਰਸਮੈਂਟ ਦੇ ਵਿੱਚ ਵੀ ਸਾਡੀ ਮਦਦ ਕਰਨ ਔਰ ਲੋਕਾਂ ਨੂੰ ਵੀ ਪ੍ਰੇਰਿਤ ਕਰਨ, ਕਿਉਂਕਿ ਇਹ ਇੱਕ ਕੋਈ ਕਿਸੇ ਇੱਕ ਡਿਪਾਰਟਮੈਂਟ ਦਾ ਕੰਮ ਨਹੀਂ ਹੈ ਕਿ ਆਪਾਂ ਮਾਸਕ ਪਵਾਤੇ ਜਾਂ ਡਿਸਟੈਂਸ ਮੇਨਟੇਨ ਕਰਾ ਲਿਆ ਤਾਂ ਉਸ ਡਿਪਾਰਟਮੈਂਟ ਨੂੰ ਕੋਈ ਬੈਨੀਫਿਟ ਆ ਉਹਦੇ ਵਿੱਚੋਂ। ਇਹ ਇੱਕ ਸਮੁੱਚੀ ਮਾਨਵਤਾ ਦੀ ਸੇਵਾ ਵਾ। ਜਿਹੜਾ ਬੰਦਾ ਵੀ ਇਸ ਚੀਜ਼ ਤੋਂ ਡਿਸਟਰੈਕਟ ਹੋ ਰਿਹਾ, ਜਿਹੜਾ ਇਹਨਾਂ ਚੀਜ਼ਾਂ ਦੀ ਪਾਲਣਾ ਨਹੀਂ ਕਰ ਰਿਹਾ, ਮੈਂ ਤਾਂ ਕਹਾਂਗਾ ਕਿ ਉਹ ਰੱਬ ਦੇ ਘਰ ਵੀ ਉਹਨੂੰ, ਉਹ ਜਿਹੜਾ ਵਾ ਉਹਨੂੰ ਉਸ ਤੋਂ ਵੀ, ਰੱਬ ਤੋਂ ਵੀ ਡਰ ਕੇ ਚੱਲਣਾ ਚਾਹੀਦਾ ਹੈ। ਔਰ ਜੇ ਉਹ ਪਾਲਣਾ ਕਰਾ ਰਿਹਾ ਵਾ ਤਾਂ ਉਹਨੂੰ ਸਮਝੋ ਕਿ ਮਾਨਵਤਾ ਦੀ ਇੱਕ ਤਰ੍ਹਾਂ ਦੀ ਸੇਵਾ ਕਰ ਰਿਹਾ ਵਾ। ਉਹਨੂੰ ਇਸ ਜਿਹੜੀ ਦੁਨੀਆ ਉਸ 'ਚ ਵੀ ਫਲ ਮਿਲੇਗਾ, ਅਗਲੀ ਦੁਨੀਆ ਦੇ ਵਿੱਚ ਵੀ ਫਲ ਮਿਲੇਗਾ। ਇਸ ਮੰਨਣਾ ਵੀ ਅਪਰਾਧ ਜਿਹੜਾ ਕ੍ਰਾਈਮ ਸਰ ਲਾਕਡਾਊਨ ਦੇ ਦੌਰਾਨ ਵੀ ਕਾਫੀ ਵੱਧ ਰਿਹਾ ਹੈ। ਰੋਜ਼ ਸਰ ਦੇਖਿਆ ਜਾ ਰਿਹਾ ਕਿ ਚੋਰੀ ਦੀਆਂ ਘਟਨਾਵਾਂ, ਸਨੈਚਿੰਗ ਦੀਆਂ, ਸਰ ਇਹਨੂੰ ਲੈ ਕੇ ਪੁਲਿਸ ਨੂੰ ਲੱਗਦਾ ਸਰ ਕਿਤੇ ਨਾ ਕਿਤੇ CCTV ਕੈਮਰੇ ਲੱਗੇ ਹੁੰਦੇ ਤੇ ਉਹਦੇ ਨਾਲ ਕੁਝ ਇਹਦੇ ਤੇ ਅਸਰ ਪੈ ਸਕਦਾ ਸੀ? ਨਹੀਂ, ਕੈਮਰਾ ਦਾ ਬੈਨੀਫਿਟ ਹੁੰਦਾ ਹੈ। ਸਾਡੇ ਲੱਕੀਲੀ ਜਿੰਨੇ ਵੀ ਇੰਸੀਡੈਂਟ ਰੀਸੈਂਟਲੀ ਹੋਏ ਆ, ਚਾਹੇ ਉਹ ਛੋਟੇ ਚਾਹੇ ਵੱਡੇ ਆ, ਉਹ ਤਕਰੀਬਨ ਸਾਰੇ ਅਸੀਂ CCTV ਫੁਟੇਜਿਸ ਜਿੰਨੀਆਂ ਅਵੇਲੇਬਲ ਸੀਗੀਆਂ ਉਸ ਤੋਂ ਹੀ ਟਰੇਸ ਕੀਤੇ ਆ ਸਾਰੇ। ਰੀਸੈਂਟਲੀ 3 ਜਾਂ 4 ਸਨੈਚਿੰਗ ਦੇ ਇੰਸੀਡੈਂਟਸ ਹੋਏ ਆ ਸਿਟੀ ਦੇ ਵਿੱਚ, ਔਰ ਸਾਰੇ ਸਾਡੇ ਆਫਿਸਰਸ ਨੇ ਬੜੀ ਮਿਹਨਤ ਕੀਤੀ ਆ। ਔਰ ਜਿਹੜਾ ਵੀ ਕੋਈ, ਚਾਹੇ ਉਹ ਗੁਰੂ ਬਾਜ਼ਾਰ ਦੇ ਵਿੱਚ ਜਿਊਲਰ ਨਾਲ ਕੁਛ ਟਾਈਮ ਪਹਿਲਾਂ ਵਾਰਦਾਤ ਹੋਈ ਸੀ, ਉਹ ਵੀ CCTV ਦੇ ਥਰੂ ਟਰੇਸ ਕੀਤੀ ਹੈ। ਇੱਕ ਫਾਈਨੈਂਸਰ ਦੇ ਨਾਲ 3-4 ਦਿਨ ਪਹਿਲਾਂ ਇੱਕ ਇੰਸੀਡੈਂਟ ਹੋਇਆ ਸੀ ਸੁਲਤਾਨਵਿੰਡ ਦੇ ਏਰੀਆ 'ਚ, ਉਹ ਵੀ CCTV ਤੋਂ ਹੀ ਟਰੇਸ ਕੀਤਾ ਵਾ। ਸੋ CCTV ਤਾਂ ਇਟਸੈਲਫ ਹੀ ਇੱਕ ਤਰ੍ਹਾਂ ਦਾ, ਉਹ ਆਪਾਂ ਕਹਿ ਸਕਦੇ ਹਾਂ ਕਿ ਪੁਲਿਸਿੰਗ ਏਜੰਸੀ ਆ। ਪੁਲਿਸ ਨੂੰ ਬਹੁਤ ਵੱਡਾ ਯੋਗਦਾਨ ਮਿਲਦਾ ਇਹਦਾ CCTV ਕੈਮਰਾ। ਅੱਛਾ ਸਰ, ਇੱਕ ਇਹ ਧਾਰਨਾ ਬਦਲਣ ਨੂੰ ਸਰ ਕਿੰਨਾ ਸਮਾਂ ਲੱਗੇਗਾ ਕਿ ਪੁਲਿਸ ਦੋਸਤ ਹੈ? ਦੇਖੋ ਇਹ ਜਿਹੜਾ ਪ੍ਰੋਸੈਸ ਹੈ ਨਾ ਜੀ, ਇਹ ਹਮੇਸ਼ਾ ਜਿਹੜੀਆਂ ਵੀ ਸੁਸਾਇਟੀਜ਼ ਟ੍ਰਾਂਜੀਸ਼ਨ 'ਚ ਹੁੰਦੀਆਂ ਹੈ, ਉਹ ਕੋਈ ਇੱਕ ਦਿਨ ਨਹੀਂ ਆਉਣਾ ਕਿ ਜਿਸ ਦਿਨ ਆਪਾਂ ਕਹਿ ਦੇਵਾਂਗੇ ਕਿ ਉਸ ਦਿਨ ਲੋਕਾਂ ਦੇ ਦਿਮਾਗ 'ਚ ਆ ਜਾਏਗਾ ਕਿ ਬਦਲ ਗਈ ਆ। ਪਿਛਲੇ 20 ਸਾਲਾਂ ਦੇ ਵਿੱਚ ਵੀ ਬਹੁਤ ਸਾਰੀ ਚੇਂਜ ਆਈ ਹੈ। ਅਸੀਂ ਵੀ ਜਦੋਂ ਜਦੋਂ ਅਸੀਂ 2003 'ਚ ਆਏ ਸੀ, 17 ਸਾਲ ਹੋ ਗਏ ਆ, ਅਸੀਂ ਬੜੀ ਵੱਡੀ ਚੇਂਜ ਦੇਖੀ ਆ। ਜਿਉਂ ਸੁਸਾਇਟੀ ਦੇ ਵਿੱਚ ਜਿੱਦਾਂ ਪੁਲਿਸਿੰਗ ਦੇ ਵਿੱਚ ਹੋਰ ਜੇ ਐਜੂਕੇਟਡ ਬੰਦੇ ਆ ਰਹੇ ਆ, ਜਿੱਦਾਂ ਹੁਣ ਸਾਡੇ ਕੌਂਸਟੇਬਲਰੀ ਤੋਂ ਲੈ ਕੇ ਉੱਪਰ ਤੱਕ ਪੜ੍ਹੇ ਲਿਖੇ ਲੋਕ ਆ ਰਹੇ ਆ,
ਔਰ ਜਿਹੜੀ ਆਪਾਂ ਕਹਿ ਲਓ ਕਿ ਲੋਕਾਂ ਦੇ ਨਾਲ ਜਿਹੜੀ ਐਮਪਥੀ ਹੈ, ਜਿਹਨੂੰ ਆਪਾਂ ਕਹਿੰਦੇ ਕਿ ਦੂਜੇ ਦੀਆਂ ਫੀਲਿੰਗਸ ਨੂੰ ਸਮਝਣਾ, ਕੰਪੈਸ਼ਨ ਆ ਜਿਹੜਾ, ਉਹ ਵੀ ਪੁਲਿਸ ਦੇ ਵਿੱਚ ਅੱਗੇ ਨਾਲੋਂ ਵਧਿਆ ਵਾ। ਸੋ ਜਿਉਂ-ਜਿਉਂ ਪੁਲਿਸ ਦੇ ਵਿੱਚ ਵੀ ਵਧੇਗਾ, ਥੋੜ੍ਹਾ ਸੁਸਾਇਟੀ 'ਚ ਵੀ ਚੇਂਜ ਆਉਂਦੀ ਆ। ਔਰ ਇੱਕ ਤਰ੍ਹਾਂ ਦਾ ਜਿਹੜਾ ਗੈਪ ਸੀਗਾ, ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਗੈਪ ਸੀਗਾ, ਉਹ ਕਾਫੀ ਘਟਿਆ ਵਾ ਔਰ ਦਿਨੋਂ ਦਿਨ ਇੰਪਰੂਵਮੈਂਟ ਵਾਲੇ ਪਾਸੇ ਨੂੰ ਹੀ ਚੱਲ ਰਿਹਾ ਵਾ। ਬਟ ਬਾਕੀ ਜੇ ਆਪਾਂ ਕਹੀਏ 100% ਟਰਸਟ ਬਿਲਡ ਹੋ ਜਾਏ, ਉਹ ਤਾਂ ਕੋਈ ਦੁਨੀਆ ਦੀ ਐਸੀ ਏਜੰਸੀ ਨਹੀਂ ਹੈ ਜਿਹਦੇ ਤੇ 100% ਟਰਸਟ ਹੋਵੇ। ਬਟ ਕੋਵਿਡ ਦੇ ਵਿੱਚ ਵੀ, ਜਿਸ ਤਰ੍ਹਾਂ ਕੋਵਿਡ ਦੇ ਵਿੱਚ ਪੁਲਿਸ ਨੇ ਕੰਮ ਕੀਤਾ ਹੈ, ਲੋਕਾਂ ਦੀ ਸੇਵਾ ਕੀਤੀ ਹੈ, ਜਿਸ ਤਰੀਕੇ ਦੇ ਨਾਲ ਪੁਲਿਸਿੰਗ ਨੂੰ ਛੱਡ ਕੇ ਬਾਕੀ ਜਿੰਨੇ ਵੀ ਆਸਪੈਕਟ ਸੀਗੇ ਸਾਰੇ ਪਾਸੇ ਕੰਮ ਕੀਤਾ ਪੁਲਿਸ ਨੇ, ਉਹਦੇ ਨਾਲ ਵੀ ਪੁਲਿਸ ਦੀ ਛਵੀ ਦੇ ਵਿੱਚ ਬੜੀ ਚੇਂਜ ਆਈ ਹੈ। ਜਿਸ ਤਰ੍ਹਾਂ ਆਪਾਂ ਕਈ ਜਗ੍ਹਾ 'ਤੇ ਜਿੱਦਾਂ ਪੁਲਿਸ ਪਹਿਲਾਂ ਜਾਂਦੀ ਸੀ ਤਾਂ ਐਂ ਲੱਗਦਾ ਸੀ ਸਿਰਫ ਕੋਈ ਇਨਫੋਰਸਮੈਂਟ ਕਰਾਉਣ ਵਾਸਤੇ ਆਏ ਆ। ਕੋਵਿਡ ਦੇ ਵਿੱਚ ਦੇਖਿਆ ਗਿਆ ਕਿ ਜਦੋਂ ਪੁਲਿਸ ਦੀ ਗੱਡੀ ਕਿਤੇ ਜਾਂਦੀ ਸੀ ਤਾਂ ਲੋਕਾਂ ਨੂੰ ਐਂ ਲੱਗਦਾ ਸੀਗਾ ਵੀ ਸ਼ਾਇਦ ਖਾਣਾ ਲੈ ਕੇ ਆਏ ਆ ਜਾਂ ਸਾਡੇ ਵਾਸਤੇ ਕੋਈ ਚੀਜ਼ ਲੈ ਕੇ ਆਏ, ਜਿਹੜੀ ਕਿ ਸੱਚਾਈ ਵੀ ਸੀਗੀ। ਸੋ ਇਹਨਾਂ ਚੀਜ਼ਾਂ ਦੇ ਨਾਲ ਵੀ ਇਸ ਮਹਾਂਮਾਰੀ ਦੇ ਵਿੱਚ ਜਿਹੜਾ ਕੰਮ ਕੀਤਾ ਉਹਦੇ ਨਾਲ ਵੀ ਕਾਫੀ ਗੈਪ ਘਟਿਆ ਔਰ ਇੱਕ ਐਵਰ ਗਰੋਇੰਗ ਪ੍ਰੋਸੈਸ ਆ। ਹੌਲੀ ਹੌਲੀ ਜਿਉਂ-ਜਿਉਂ ਦੋਨਾਂ ਪਾਸੇ ਤੋਂ ਐਟੀਟਿਊਡ ਦੇ ਵਿੱਚ ਚੇਂਜ ਆਏਗੀ, ਪੁਲਿਸ ਵੱਲੋਂ ਵੀ ਚੇਂਜ ਆਏਗੀ, ਤਿਉਂ-ਤਿਉਂ ਜਿਹੜਾ ਗੈਪ ਆ ਹੋਰ ਘਟੇਗਾ। ਸਰ ਇੱਕ ਪਰਸਨਲ ਕੁਐਸਚਨ ਹੈ ਸਰ, ਤੁਸੀਂ ਡਾਕਟਰ ਹੋ, ਪੁਲਿਸ ਕਮਿਸ਼ਨਰ ਵੀ ਹੋ, ਪਰਿਵਾਰ ਨੂੰ ਕਰੋਨਾ ਕਾਲ ਦੇ ਨਾਲ ਬੀਬੀ ਦੀ ਬਿਮਾਰੀ ਤੁਹਾਡੀ ਬਹੁਤ ਲੋਕਾਂ ਨਾਲ ਮੁਲਾਕਾਤ ਹੈ ਸਰ, ਪਰਿਵਾਰ ਨੂੰ ਇਸ ਬਿਮਾਰੀ ਤੋਂ ਦੂਰ ਰੱਖਿਆ ਜਾਏ, ਕਿਸ ਤਰ੍ਹਾਂ ਸਰ ਤੁਸੀਂ? ਦੇਖੋ, ਜਿਹੜੀ ਚੀਜ਼ ਤੋਂ ਆਪਾਂ ਸ਼ੁਰੂਆਤ ਕੀਤੀ ਸੀਗੀ ਉਹਦੇ 3 ਹੀ ਮੇਨ ਪਾਰਟ ਹੈਗੇ ਆ। ਸਭ ਤੋਂ ਪਹਿਲਾਂ ਤਾਂ ਹਰ ਬੰਦਾ ਇਹ ਸੋਚੇ ਕਿ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਜਿਹੜੇ ਬੰਦੇ ਨਾਲ ਵੀ ਤੁਸੀਂ ਇੰਟਰੈਕਟ ਕਰ ਰਹੇ ਹੋ ਉਹ ਹੋ ਸਕਦਾ ਕਰੋਨਾ ਦਾ ਪੇਸ਼ੈਂਟ ਹੋਵੇ। ਸੋ ਉਹਦੇ ਲਈ ਆਪਾਂ ਨੂੰ ਮੇਨ ਪ੍ਰੀਕਾਸ਼ਨ ਇਹੀ ਲੈਣੇ ਹੁੰਦੇ ਆ ਕਿ ਇੱਕ ਤਾਂ ਆਪਾਂ ਉਹਦੇ ਤੋਂ ਇੱਕ ਸਫੀਸ਼ੀਐਂਟ ਡਿਸਟੈਂਸ ਮੇਨਟੇਨ ਕਰਕੇ ਰੱਖੀਏ, ਮਾਸਕ ਪਾ ਕੇ ਰੱਖੀਏ ਔਰ ਜਦੋਂ ਵੀ ਕੋਈ ਚੀਜ਼ ਨੂੰ ਟੱਚ ਕਰਦੇ ਹਾਂ, ਜਦੋਂ ਕਿਸੇ ਨਾਲ ਇੰਟਰੈਕਟ ਕਰਦੇ ਹਾਂ, ਟੱਚ ਕਰਦੇ, ਕੋਈ ਕਾਗਜ਼ ਟੱਚ ਕਰਦੇ, ਉਸ ਤੋਂ ਬਾਅਦ ਆਪਣੇ ਹੱਥਾਂ ਨੂੰ ਸੈਨੀਟਾਈਜ਼ ਜ਼ਰੂਰ ਕਰ ਲਈਏ। ਔਰ ਘਰੋਂ ਨਿਕਲਣ ਵੇਲੇ ਔਰ ਜਦੋਂ ਖਾਸ ਕਰਕੇ ਤੁਸੀਂ ਬਾਹਰੋਂ ਡਿਊਟੀ ਤੋਂ ਜਾਂ ਕਿਸੇ ਜਗ੍ਹਾ ਤੋਂ ਘਰ ਐਂਟਰ ਕਰਦੇ ਹੋ, ਚਾਹੇ ਕੋਈ ਬਿਜ਼ਨਸਮੈਨ ਆ, ਬਿਜ਼ਨਸ ਤੋਂ ਆ ਰਿਹਾ ਹੈ, ਕੋਈ ਮੀਡੀਆ ਤੋਂ ਆ, ਤੁਸੀਂ ਆਪਣਾ ਇੰਨੇ ਲੋਕਾਂ ਨਾਲ ਇੰਟਰੈਕਟ ਕਰਕੇ ਆ ਰਹੇ ਆ, ਐਜ਼ ਅ ਪੁਲਿਸ ਆਫੀਸ਼ੀਅਲ ਅਸੀਂ ਆਉਂਦੇ ਹਾਂ। ਘਰ ਐਂਟਰ ਕਰਨ ਤੋਂ ਪਹਿਲਾਂ ਵੀ ਇੱਕ ਵਾਰੀ ਆਪਣੇ ਆਪ ਨੂੰ ਆਪਣੇ ਅੰਦਰ ਝਾਤੀ ਮਾਰ ਲਓ ਕਿ ਮੇਰੇ ਹੱਥ, ਮੇਰਾ ਸਾਰਾ ਕੁਝ ਠੀਕ ਆ, ਮੈਂ ਸੈਨੀਟਾਈਜ਼ ਕੀਤਾ ਆਪਣੇ ਆਪ ਨੂੰ। ਔਰ ਜਾ ਕੇ ਜਦੋਂ ਤੁਸੀਂ ਆਪਣੇ ਕੰਮਕਾਰ ਘਰ ਦੇ ਨਾਲ ਇੰਟਰੈਕਟ ਕਰਨ ਤੋਂ ਪਹਿਲਾਂ ਵੀ ਆਪਣਾ ਪ੍ਰੋਪਰ ਹਾਈਜੀਨ ਮੇਨਟੇਨ ਕਰ ਲਓ। ਸੋ ਜੇ ਆਪਾਂ ਛੋਟੇ ਛੋਟੇ ਪ੍ਰੀਕਾਸ਼ਨ ਆ, ਬਹੁਤ ਲੰਬਾ ਚੌੜਾ ਨਹੀਂ ਇਹਦੇ ਵਿੱਚ ਹੈਗਾ, ਜੇ ਆਪਾਂ ਨਿੱਕੇ ਨਿੱਕੇ ਪ੍ਰੀਕਾਸ਼ਨ ਲੈ ਲਈਏ ਤਾਂ ਇਸ ਬਿਮਾਰੀ ਤੋਂ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ, ਆਪਣੇ ਬਜ਼ੁਰਗਾਂ ਨੂੰ ਕਾफ़ी हद तक बचाया जा सकता है। थैंक यू। ये थे पुलिस कमिश्नर डॉक्टर सुखचैन सिंह गिरी, जिन्होंने बताया कि कोरोना काल के दौरान अगर लोग अफवाहें फैलाते हैं तो पुलिस को किस तरह मुश्किलों का सामना करना पड़ता है। याद रहे कि कोई भी कोरोना का जो व्यक्ति होता है उसके अंगों को किसी को ट्रांसप्लांट नहीं किया जा सकता। मोरओवर जब किसी की मौत हो जाती है तो बिल्कुल भी उसके अंगों को निकालना नामुमकिन सी बात है। इसे लेकर पुलिस का जो ध्यान है वो डाइवर्ट होता है, पुलिस और कहीं फोकस कर सकती है। इसलिए सोशल मीडिया पर कोई भी ऐसी पोस्ट को बढ़ावा ना दें जो आपके लिए भविष्य में आपके लिए भी खतरनाक हो सकता है, क्योंकि पुलिस अगर आप गलत काम करते हैं या गलत अफवाहें फैलाते हैं तो आपको छुड़ेगी नहीं, आपके खिलाफ भी मामला दर्ज हो सकता है। अमृतसर से D4 न्यूज़ के लिए दीप कुंदर की खास